ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਅੰਗਦ ਕੋ ਬਪ ਧਰਾ, ਧਰਮ ਪ੍ਰਚਾਰ ਇਹ ਜਗਮੋ ਕਰਾ। ਅਮਰਦਾਸ ਪੁਨ ਨਾਮ ਕਹਾਇਓ, ਜਨ ਦੀਪਕ ਤੇ ਦੀਪ ਜਗਾਇਓ। ਨਾਨਕ ਅੰਗਦ ਕੋ ਬਪ ਧਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਬਰ ਛਤਰ ਤਖਤ ਦੇ ਮਾਲਕ, ਜਾਗਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸਤਿਗੁਰੂ ਜੀ ਦੀ ਕਿਰਪਾ ਰਹਿਮਤ ਸਦਕਾ ਆਪ ਜੀ ਸੰਗਤ ਦਾ ਕਥਾ ਕੀਰਤਨ ਦਾ ਆਨੰਦ ਮਾਣ ਰਹੇ ਹੋ। ਪਿਛਲੇ 2 ਦਿਨਾਂ ਤੋਂ ਚੱਲ ਰਹੇ ਇਹ ਵਿਸ਼ੇਸ਼ ਦੀਵਾਨ, ਜਿਸ ਪਵਿੱਤਰ ਦੀਵਾਨ ਦੇ ਅੰਦਰ ਤੁਰਕੀ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਮੇਤ ਸ੍ਰੀ ਜਪਜੀ ਸਾਹਿਬਾਂ ਦੇ ਅਖੰਡ ਜਾਪ ਸ਼ੁਰੂ ਨੇ, ਜਿਨ੍ਹਾਂ ਦੇ ਕੱਲ ਨੂੰ ਭੋਗ ਪੈਣਗੇ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਇਕਾਗਰਤਾ ਬਖਸ਼ਿਸ਼ ਕਰਨੀ। ਦੀਵਾਨ ਵਿੱਚ ਬੈਠਿਆਂ ਹੋਇਆਂ ਕਥਾ ਕੀਰਤਨ ਦੀ ਹਾਜ਼ਰੀ ਭਰ ਕਰਕੇ ਆਪਣੇ ਸਮੇਂ ਨੂੰ ਸਫਲ ਬਣਾ ਰਹੇ ਸਾਂ। ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਬਹੁਤ ਪ੍ਰੇਮ ਨਾਲ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਜੀਵਨ ਦੇ ਪਵਿੱਤਰ ਇਤਿਹਾਸ ਨੂੰ ਸੁਣਾ ਰਹੇ ਸੀ। ਵਿਦਿਆ ਪੜ੍ਹਦੇ ਦੌਰਾਨ ਜਦੋਂ ਇੱਕ ਪਾਦਰੇ ਨੂੰ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖਾਂ ਦੀ ਬਰਸੀ ਮਹਿਤੇ ਵਿਖੇ ਆਇਆ ਕਰਦੀ। ਇਹ ਹੈੱਡਕੁਆਰਟਰ ਦਮਦਮੀ ਟਕਸਾਲ ਦਾ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖਾਂ ਨੇ ਬਣਾਇਆ। ਉਹਨਾਂ ਨੇ ਤਾਮੀਰ ਕੀਤਾ, ਜਿੱਥੇ ਰਹਿ ਕਰਕੇ ਅਸੀਂ ਗੁਰਮਤਿ ਦੀ ਵਿਦਿਆ ਪੜ੍ਹੀ ਹੈ। ਭਾਵੇਂ ਇਹਨਾਂ ਨੇਤਰਾਂ ਕਰਕੇ ਉਹਨਾਂ ਦੇ ਦਰਸ਼ਨ ਨਹੀਂ ਆਪਾਂ ਕੀਤੇ, ਕਿਉਂਕਿ ਉਮਰ ਬਹੁਤ ਛੋਟੀ ਹੈ, ਪਰ ਉਹਨਾਂ ਮਹਾਂਪੁਰਖਾਂ ਦੇ ਜੀਵਨ ਦੀਆਂ ਝਲਕੀਆਂ, ਉਹਨਾਂ ਦੇ ਸੰਗਤ ਕਰਨ ਵਾਲੇ ਮਹਾਨ ਵਿਦਿਆਰਥੀ ਮਹਾਂਪੁਰਸ਼ਾਂ ਤੋਂ ਸਰਵਣ ਕੀਤੀਆਂ। ਸਾਲਾਨਾ ਬਰਸੀ ਤੇ ਜਿੱਥੇ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਕਥਾ ਕਰਿਆ ਕਰਦੇ, ਉੱਥੇ ਗਿਆਨੀ ਜਸਵੰਤ ਸਿੰਘ ਜੀ ਵੀ ਉਚੇਚੇ ਤੌਰ ਤੇ ਪਹੁੰਚ ਕਰਕੇ ਮਹਾਂਪੁਰਸ਼ਾਂ ਦੇ ਜੀਵਨ ਤੇ ਕਥਾ ਸੁਣਾਇਆ ਕਰਦੇ। ਬਹੁਤ ਰਸ ਤੇ ਆਨੰਦ ਬਣਿਆ ਹੋਇਆ ਸੀ। ਉਹ ਵਿਦਿਆਰਥੀ ਸਮੇਂ ਦਾ ਜੀਵਨ ਯਾਦ ਆ ਰਿਹਾ ਸੀ ਗਿਆਨੀ ਜੀ ਕੋਲੋਂ ਕਥਾ ਸਰਵਣ ਕਰਕੇ। ਦਾਸ ਨੂੰ ਗੁਰਮੁਖ ਸਿੰਘਾਂ ਨੇ ਹੁਕਮ ਲਾਇਆ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਅਮਰ ਰਚਨਾ ਸ਼੍ਰੀ ਦਸਮ ਗ੍ਰੰਥ ਦੇ ਵਿੱਚੋਂ ਬਚਿੱਤਰ ਨਾਟਕ ਦੀ ਕਥਾ ਕਰਨ ਵਾਸਤੇ, ਕਿਉਂਕਿ ਅਜੋਕੇ ਸਮੇਂ ਵਿੱਚ ਧੰਨ ਗੁਰੂ ਦਸਵੇਂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੇ ਉੱਪਰ ਬਹੁਤ ਵਿਰੋਧੀਆਂ ਵੱਲੋਂ ਕਟਾਕਸ਼ ਕੀਤਾ ਜਾਂਦਾ ਹੈ ਅਤੇ ਇਹ ਸ਼ਬਦ ਕਹੇ ਜਾਂਦੇ ਹੈ ਕਿ ਇਹ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਹੀਂ ਹੈ। ਭਾਵੇਂ ਕਿ ਦਿਹਾੜੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੰਪੂਰਨਤਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦਮਦਮਾ ਸਾਹਿਬ ਦੀ ਧਰਤੀ ਤੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲਿਖਾਈ ਸੰਪੂਰਨ ਕੀਤੀ ਹੈ ਅਤੇ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਹੈ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖਾਂ ਦੀ ਸਾਲਾਨਾ ਯਾਦ ਹੈ, ਜਿਨ੍ਹਾਂ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆਂ ਇਹ ਦੀਵਾਨ ਸਜੇ ਨੇ, ਆਪ ਹਾਜ਼ਰੀਆਂ ਭਰ ਰਹੇ ਹੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਸੰਗ੍ਰਹਿ ਜੋ ਹੈ, ਇਸ ਦਾ ਨਾਮ ਸ਼੍ਰੀ ਦਸਮ ਗ੍ਰੰਥ ਹੈ। ਪੁਰਾਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਐਸੇ ਪਾਵਨ ਸਰੂਪ ਹਨ, ਜਿਨ੍ਹਾਂ ਪਾਵਨ ਸਰੂਪਾਂ ਦੇ ਅੰਦਰ ਜਦੋਂ ਭੋਗ ਦੇ ਸ਼ਲੋਕ ਆਉਂਦੇ ਆ, ਉਹਨਾਂ ਸ਼ਲੋਕਾਂ ਵਿੱਚੋਂ ਇੱਕ ਸ਼ਲੋਕ ਦਸਵੇਂ ਪਾਤਸ਼ਾਹ ਜੀ ਮਹਾਰਾਜ ਦਾ ਮੰਨਿਆ ਜਾਂਦਾ ਹੈ, ਪਰ ਉਹ ਦਰਜ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਨਾਮ ਥੱਲੇ ਹੀ ਹੈ। ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖਾਂ ਨੇ ਕਥਾ ਵਿੱਚ ਦੱਸਿਆ ਕਿ ਐਸੇ ਹੱਥ ਲਿਖਤ ਸਰੂਪ ਨੇ, ਦੋ ਸਰੂਪਾਂ ਦਾ ਮਹਾਂਪੁਰਖਾਂ ਨੇ ਹਵਾਲਾ ਦਿੱਤਾ ਸੀ ਕਿ ਇੱਕ ਸਰੂਪ ਵਿੱਚ ਪਾਤਸ਼ਾਹੀ ਦਸਵੀਂ ਆਉਂਦਾ ਹੈ ਤੇ ਇੱਕ ਸਰੂਪ ਦੇ ਵਿੱਚ ਮਹੱਲਾ ਦਸਵਾਂ ਲਿਖਿਆ ਆਉਂਦਾ। ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਿੱਲੀ ਦੇ ਅੰਦਰ ਸ਼ਹੀਦੀ ਸਾਕਾ ਵਰਤਾਉਣ ਲੱਗੇ ਸਨ, ਤਾਂ ਗੁਰਦੇਵ ਨੇ ਭਾਈ ਊਦਾ ਰਠੌਰ ਦੇ ਹੱਥ ਇਹ ਪੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਵਾਸਤੇ ਭੇਜਿਆ ਸੀ, ਜਿਸ ਦੇ ਉੱਤੇ ਇਹ ਲਿਖਿਆ ਹੋਇਆ ਸੀ ਕਿ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਇ। ਤੇ ਕਿਹਾ ਸੀ ਕਿ ਭਾਈ ਸਿੱਖਾ ਇਹਦਾ ਉੱਤਰ ਲੈ ਕੇ ਆਈ। ਅਗਲਾ ਜੋ ਦੋਹਰਾ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉੱਤਰ ਵਜੋਂ ਜੋ ਉਚਾਰਿਆ ਹੈ, ਇਸ ਤਰ੍ਹਾਂ ਇਤਿਹਾਸ ਅੰਦਰ ਮੰਨਿਆ ਜਾਂਦਾ। ਮਹਾਂਪੁਰਖਾਂ ਨੇ ਕਥਾ ਵਿੱਚ ਵੀ ਇਸ ਦਾ ਹਵਾਲਾ ਦਿੱਤਾ ਹੈ ਕਿ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਇਹ ਦੋਹਰਾ ਪੜ੍ਹਿਆ ਤੇ ਗਰੀਬ ਨਵਾਜ਼ ਨੇ ਸਿੱਖ ਨੂੰ ਪੁੱਛਿਆ ਕਿ ਗੁਰੂ ਪਿਤਾ ਜੀ ਦੀ ਕੀ ਆਗਿਆ ਹੋਈ। ਕਿਹਾ, ਮਹਾਰਾਜ ਸਤਿਗੁਰੂ ਜੀ ਨੇ ਇਹ ਆਗਿਆ ਕੀਤੀ ਹੈ ਕਿ ਸਾਨੂੰ ਇਸ ਦਾ ਜਵਾਬ ਚਾਹੀਦਾ, ਇਸ ਦਾ ਉੱਤਰ ਚਾਹੀਦਾ। ਗਰੀਬ ਨਵਾਜ਼ ਸਤਿਗੁਰੂ ਜੀ ਨੇ ਇਸ ਆਸ਼ੇ ਨੂੰ ਜਣਾਇਆ ਕਿ ਸਾਡਾ ਸਾਰਾ ਬਲ ਛੁੱਟ ਗਿਆ, ਬੰਧਨਾਂ ਵਿੱਚ ਪਏ ਹੋਏ ਆ, ਹੁਣ ਤਾਂ ਪਰਮੇਸ਼ਰ ਦੀ ਓਟ ਹੈ। ਜਿਵੇਂ ਹਰੀਹਰ ਖੇਤਰ ਦੇ ਉੱਤੇ ਹਾਥੀ ਦੀ ਰੱਖਿਆ ਕੀਤੀ ਸੀ ਤੰਦੂਏ ਦੀਆਂ ਤਾਰਾਂ ਕੱਟ ਕਰਕੇ, ਉਸੇ ਤਰ੍ਹਾਂ ਹੁਣ ਪਰਮੇਸ਼ਰ ਸਾਡੀ ਰੱਖਿਆ ਕਰੇ। ਗਰੀਬ ਨਵਾਜ਼ ਸਤਿਗੁਰੂ ਨੇ ਆਪਣੇ ਪਿਤਾ ਜੀ ਦਾ ਆਸ਼ਾ ਜਾਣ ਕਰਕੇ ਫਿਰ ਉੱਤਰ ਲਿਖਿਆ। ਮਹਾਰਾਜ ਲਿਖਦੇ ਆ, ਬਲ ਹੋਵਾ ਬੰਧਨ ਛੁੱਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਇ। हे ਸੱਚੇ ਪਾਤਸ਼ਾਹ, ਆਪ ਜੀ ਨੂੰ ਕੌਣ ਬੰਧਨਾਂ ਵਿੱਚ ਪਾ ਸਕਦਾ? ਆਪ ਤੇ ਸਗੋਂ ਸਾਡੇ ਬੰਧਨਾਂ ਨੂੰ ਤੋੜਨ ਵਾਲੇ ਹੋ, ਸਭ ਦੀ ਸਹਾਇਤਾ ਆਪ ਜੀ ਕਰਨ ਵਾਲੇ ਹੋ, ਕਿਰਪਾ ਕਰਕੇ ਸਾਡੀ ਸਹਾਇਤਾ ਆਪ ਕਰਨੀ। ਇਹ ਦੋਹਰਾ ਸਿੱਖ ਲੈ ਕਰਕੇ ਦਿੱਲੀ ਪਹੁੰਚਿਆ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ 5 ਪੈਸੇ ਤੇ ਨਾਰੀਅਲ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਨੂੰ ਸੌਂਪੇ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਜਿਸ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬੰਨਿਆ, ਬੀੜ ਤਿਆਰ ਕੀਤੀ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵੱਡਿਆਂ ਸਤਿਗੁਰਾਂ ਜੀ ਦੀ, ਆਪਣੇ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਕੇ 1 ਓੰਕਾਰ ਤੋਂ ਲੈ ਕੇ 18 10 20 ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੰਪੂਰਨ ਕੀਤੀ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਆਪਾਂ ਪੜ੍ਹਦੇ ਤੇ ਸੁਣਦੇ ਹਾਂ, ਜਿੱਥੇ ਮਹਾਰਾਜ ਦਾ ਕਵੀ ਦਰਬਾਰ ਹੁੰਦਾ ਸੀ ਤੇ 52 ਕਵੀ ਮਹਾਰਾਜ ਦੇ ਦਰਬਾਰ ਵਿੱਚ ਬੈਠਦੇ। ਸੰਸਾਰ ਦੇ ਅੰਦਰ ਜਿੰਨੇ ਵੀ ਆਲਮ ਫਾਜ਼ਲ ਸਨ ਨਾ,
ਉਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦਰਬਾਰ ਦੇ ਆਣ ਕਰਕੇ ਸ਼ਾਨ ਬਣੇ। ਭਾਈ ਨੰਦ ਲਾਲ ਜੀ ਬਹੁਤ ਵੱਡੇ ਵਿਦਵਾਨ ਸੀ, ਪਰ ਔਰੰਗਜ਼ੇਬ ਤੋਂ ਸਤਾਏ ਹੋਏ ਕਿ ਧਰਮ ਨਾ ਤਬਦੀਲ ਕਰਨਾ ਪੈ ਜਾਵੇ, ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆਏ ਸੀ ਅਤੇ ਪਰਖ ਕੇ ਸਤਿਗੁਰੂ ਜੀ ਉਹਨਾਂ ਕਵੀਆਂ ਨੂੰ ਇਨਾਮ ਦਿੱਤੇ ਦਿਆ ਕਰਦੇ। ਮਹਾਰਾਜ ਆਪ ਵੀ ਵੱਡੇ ਮਹਾਨ ਕਵੀ, ਸੱਚੇ ਪਾਤਸ਼ਾਹ ਨੇ 17 ਸਾਲ ਦੀ ਆਯੂ ਵਿੱਚ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਤੇ ਸ੍ਰੀ ਜਾਪ ਸਾਹਿਬ ਦੀ ਰਚਨਾ ਕੀਤੀ ਹੈ। ਜਦੋਂ ਆਪ ਪਾਉਂਟਾ ਸਾਹਿਬ ਜਾਓ, ਜਮਨਾ ਦੇ ਕੰਢੇ ਤੇ ਵਸਿਆ ਹੋਇਆ ਉਹ ਪਵਿੱਤਰ ਅਸਥਾਨ, ਉੱਥੇ 12 ਦਰੀ ਅਸਥਾਨ ਹੈ ਗੁਰਦੁਆਰਾ ਸਾਹਿਬ ਦੇ ਨਜ਼ਦੀਕ। ਉਹ ਕਿਲਾ ਹੁਣ ਹੈ ਨਹੀਂ, ਪਰ ਉਸ ਦੀਆਂ ਕੁਝ ਹੀ ਯਾਦਗਾਰਾਂ ਨੇ ਮਮਟੀ ਦੇ ਰੂਪ ਵਿੱਚ ਬਚੀਆਂ ਹੋਈਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਅਸਥਾਨ ਤੇ ਸ੍ਰੀ ਜਾਪ ਸਾਹਿਬ ਦੀ ਰਚਨਾ ਕੀਤੀ ਹੈ, ਸ਼ਸਤਰ ਨਾਮ ਮਾਲਾ ਦੀ ਰਚਨਾ ਕੀਤੀ ਹੈ, ਅਕਾਲ ਉਸਤਤ ਬਾਣੀ ਦੀ ਰਚਨਾ ਕੀਤੀ ਹੈ ਸੱਚੇ ਪਾਤਸ਼ਾਹ ਨੇ। ਅਤੇ ਕਈ ਪ੍ਰਕਾਰ ਦੇ ਜੋ ਪ੍ਰਸ਼ਨ ਕੀਤੇ ਜਾਂਦੇ ਆ, ਅੱਜ ਤੋਂ ਤਕਰੀਬਨ 15-20 ਸਾਲ ਪਹਿਲਾਂ ਸ਼੍ਰੀ ਦਸਮ ਬਾਣੀ ਦਾ ਇੰਨਾ ਪ੍ਰਚਾਰ ਨਹੀਂ ਸੀ ਜਿੰਨਾ ਹੁਣ ਹੋ ਗਿਆ, ਕਿਉਂਕਿ ਵਿਰੋਧੀਆਂ ਦੇ ਇਹ ਸ਼ੰਕੇ ਖੜੇ ਕਰਨ ਤੇ ਗੇਂਦ ਜਿੰਨੀ ਜ਼ੋਰ ਨਾਲ ਥੱਲੇ ਮਾਰੋ ਉਨੀ ਜ਼ੋਰ ਨਾਲ ਉੱਪਰ ਨੂੰ ਉੱਠਦੀ। ਬਹੁਤ ਵੱਡੇ ਪੱਧਰ ਤੇ ਸ਼੍ਰੀ ਦਸਮ ਬਾਣੀ ਦਾ ਪ੍ਰਚਾਰ ਹੋਇਆ, ਪਰ ਲੋੜ ਕੀ ਹੈ, ਮੈਂ ਕਥਾ ਆਰੰਭ ਦਿਆਂਗਾ, ਪਰ ਸਿੰਘਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਵਿਸ਼ੇਸ਼ ਕਰਕੇ ਇਹ ਕਥਾ ਕਿਉਂ ਕਰਾਉਣੀ ਚਾਹੁੰਦੇ ਆ। ਕਹਿੰਦੇ ਗਿਆਨੀ ਜੀ ਦਸਮ ਬਾਣੀ ਦੇ ਪ੍ਰਚਾਰ ਵਾਸਤੇ ਹੀ ਕੇਵਲ, ਭਾਵੇਂ ਕਿ ਬਚਿੱਤਰ ਨਾਟਕ ਦੀ ਕਥਾ ਇਹ ਰਹਿੰਦੀਆਂ 2 ਕਥਾਵਾਂ ਵਿੱਚ ਤਾਂ ਸੰਪੂਰਨ ਨਹੀਂ ਹੋਣੀ, ਪਰ ਉਹਨਾਂ ਦਾ ਮੁੱਖ ਆਸ਼ਾ ਸਿੰਘਾਂ ਦਾ ਇਹ ਹੈ ਕਿ ਜੇ ਕੋਈ ਮਨ ਅੰਦਰ ਸ਼ੰਕੇ ਕਰਦਾ ਹੈ, ਇਸ ਪਵਿੱਤਰ ਬਾਣੀ ਦੀ ਕਥਾ ਹੋਵੇ ਤਾਂ ਉਹਨਾਂ ਨੂੰ ਇਸ ਗੱਲ ਤੇ ਨਿਸ਼ਚਾ ਤੇ ਭਰੋਸਾ ਆਵੇ ਕਿ ਬਾਣੀ ਦੀ ਕਥਾ ਹੋਈ ਹੈ, ਇਹ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ, ਤੇ ਤਾਂ ਕਰਕੇ ਹੀ ਤਖਤ ਸਾਹਿਬਾਂ ਤੇ ਸ਼੍ਰੀ ਦਸਮ ਗ੍ਰੰਥ ਜੀ ਦਾ ਪ੍ਰਕਾਸ਼ ਕੀਤਾ ਜਾਂਦਾ। ਬਹੁਤ ਸ਼ੰਕੇ ਨੇ, ਪਰ ਮੈਂ ਤੁਹਾਡੇ ਵਾਸਤੇ ਬੇਨਤੀ ਕਰਾਂਗਾ, ਬੜੇ ਧਿਆਨ ਨਾਲ ਸਰਵਣ ਕਰਨੀ। ਮੈਂ ਵਿਦਿਆਰਥੀ ਪੜ੍ਹਾਉਣ ਦੀ ਸੇਵਾ ਕਰਦਾ ਹਾਂ, ਕਿਉਂਕਿ ਜੋ ਕੁਝ ਦਮਦਮੀ ਟਕਸਾਲ ਨੇ ਝੋਲੀ ਵਿੱਚ ਪਾਇਆ, ਉਸਤਾਦਾਂ ਨੇ ਇਹ ਸਿੱਖਿਆ ਦਿੱਤੀ ਕਿ ਜਿੰਨੀ ਵਿੱਦਿਆ ਪੜ੍ਹੀ ਹੈ, ਜੇ ਤਾਂ ਇਹਨੂੰ ਮਾਇਆ ਦੀ ਪ੍ਰਾਪਤੀ ਵਾਸਤੇ ਪ੍ਰਚਾਰੋਗੇ ਤੇ ਇਹ ਨਹੀਂ ਕਿ ਮਾਇਆ ਨਹੀਂ ਮਿਲੇਗੀ, ਮਾਇਆ ਵੀ ਬਹੁਤ ਮਿਲੇਗੀ, ਪਰ ਪਰਲੋਕ ਨਹੀਂ ਸੌਰੇਗਾ। ਤੇ ਜੇ ਸਿੱਖੀ ਦਾ ਪ੍ਰਚਾਰ ਕਰੋਗੇ, ਵਿੱਦਿਆ ਦਾ ਪਸਾਰ ਕਰੋਗੇ, ਆਪ ਸਿੱਖੀ ਕਮਾਓਗੇ, ਮਾਇਆ ਵੀ ਵਿੱਤ ਤੋਂ ਵੱਧ ਮਿਲੇਗੀ, ਝੋਲੀ ਛੋਟੀ ਪੈ ਜਾਏਗੀ ਤੇ ਪਰਲੋਕ ਵੀ ਸੌਰ ਜਾਏਗਾ। ਸਮਾਂ ਅੱਜ ਕੱਲ ਦਾ ਇੰਨਾ ਭਿਆਨਕ ਹੈ ਕਿ ਸਾਡੇ ਸਿੱਖ ਧਰਮ ਦੇ ਅੰਦਰ ਹੀ ਜਿਹੜੇ ਕੋਈ ਵੀਰ ਬਹੁਤ ਨਿਧੜਕ ਬਣ ਕਰਕੇ ਪ੍ਰਚਾਰ ਕਰਦੇ ਆ, ਜਾਂ ਕੌਮ ਦੇ ਇਸ ਸਮੇਂ ਸਰਮੌਰ ਕਥਾਵਾਚਕਾਂ ਵਿੱਚੋਂ ਨੇ, ਪ੍ਰਚਾਰਕਾਂ ਵਿੱਚੋਂ ਨੇ, ਜੇ ਬਹੁਤ ਦਲੇਰੀ ਨਾਲ ਕੌਮ ਦੀ ਤੇ ਹੱਕ ਸੱਚ ਦੀ ਗੱਲ ਕਰਦੇ ਆ, ਉਹਨਾਂ ਦੇ ਨਿੱਜੀ ਜੀਵਨ ਤੇ ਦੋਖੀ ਚਿੱਕੜ ਉਛਾਲਦੇ, ਤਾਂ ਕਿ ਕਿਸੇ ਦਾ ਸਤਿਕਾਰ ਰਹਿ ਹੀ ਨਾ ਜਾਵੇ। ਜਦੋਂ ਤੁਸੀਂ ਕਿਸੇ ਧਾਰਮਿਕ ਮਨੁੱਖ ਦਾ ਸਤਿਕਾਰ ਨਹੀਂ ਰੱਖੋਗੇ ਤੇ ਕਦਾਚਿਤ ਵੀ ਵਿੱਦਿਆ ਨਹੀਂ ਪ੍ਰਾਪਤ ਕਰ ਸਕੋਗੇ। ਮਹਾਂਪੁਰਖਾਂ ਦੀ ਕੀਤੀ ਹੋਈ ਇਹ ਬਖਸ਼ਿਸ਼, ਜਥੇ ਸੰਗਤ ਦੀ ਦਿੱਤੀ ਹੋਈ ਵਿੱਦਿਆ, ਅੱਗੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਯਤਨ ਕਰਦੇ ਹਾਂ।
ਮੇਰੇ ਕੋਲ ਜਿਹੜੇ ਵਿਦਿਆਰਥੀ ਪੜ੍ਹਦੇ ਆ, ਮੈਂ ਉਹਨਾਂ ਨੂੰ ਇੱਕ ਦਿਨ ਪੁੱਛਿਆ ਕਿ ਕੀ ਤੁਸੀਂ ਸ੍ਰੀ ਦਸਮ ਗ੍ਰੰਥ ਦੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਮੰਨਦੇ ਹੋ? ਕਹਿਣ ਲੱਗੇ ਹਾਂ ਜੀ, ਸਾਰੇ ਬਹੁਤ ਇਕਾਗਰ ਹੋ ਕੇ ਕਿ ਬਿਲਕੁਲ ਸਾਨੂੰ ਪੂਰਾ ਨਿਸ਼ਚਾ। ਪਹਿਲਾਂ ਸ਼ੁਰੂਆਤ ਵੀ ਇਹ ਹੈ ਕਿ ਨਿਸ਼ਚਾ ਹੋਣਾ ਚਾਹੀਦਾ, ਸ਼ਰਧਾ ਦੇ ਸਹਿਤ। ਪਰ ਕੀ ਹੈ, ਗਿਆਨ ਤੋਂ ਬਿਨਾਂ ਫਿਰ ਸ਼ਰਧਾ ਡੋਲ ਜਾਂਦੀ ਹੈ। ਜੇ ਗਿਆਨ ਨਹੀਂ ਹੈ ਤੇ ਜਦੋਂ ਗਿਆਨ ਕਿਸੇ ਨੇ ਗਲਤ ਢੰਗ ਨਾਲ ਦਿੱਤਾ, ਉਦੋਂ ਸ਼ਰਧਾ ਨੂੰ ਠੇਸ ਲੱਗਦੀ ਹੈ। ਕੁਝ ਸਵਾਲ ਮੈਂ ਉਹਨਾਂ ਦੇ ਅੱਗੇ ਰੱਖੇ ਕਿ ਜੇ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਮੰਨਦੇ ਹੋ ਤੇ ਇਹਨਾਂ ਪ੍ਰਸ਼ਨਾਂ ਦੇ ਉੱਤਰ ਦਿਓ। ਕੁਝ ਜਿਹੜੇ ਵਿਰੋਧੀਆਂ ਵੱਲੋਂ ਸ਼ੰਕੇ, ਮੈਂ ਉਹਨਾਂ ਨੂੰ ਸ਼ੰਕੇ ਦੱਸੇ। ਕਹਿਣ ਲੱਗੇ, ਗਿਆਨੀ ਜੀ ਅਸੀਂ ਤਾਂ ਪੜ੍ਹਿਆ ਨਹੀਂ ਹੈ, ਕੇਵਲ ਸ਼ਰਧਾ ਦੇ ਸਹਿਤ ਹੀ ਮੰਨਦੇ ਹਾਂ। ਜਦੋਂ ਤੁਹਾਨੂੰ ਆਪ ਇਸ ਗੱਲ ਦਾ ਇਲਮ ਨਹੀਂ ਹੋਵੇਗਾ ਤੇ ਵਿਰੋਧੀ ਜ਼ਰੂਰ ਤੁਹਾਨੂੰ ਭਰਮਾ ਦੇਣਗੇ, ਸ਼ੰਕੇ ਵਿੱਚ ਪਾ ਦੇਣਗੇ ਕਿ ਇਹ ਦਸਵੇਂ ਪਾਤਸ਼ਾਹ ਨਹੀਂ ਲਿਖ ਸਕਦੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਨਹੀਂ ਹੋ ਸਕਦੀ। ਕੀ ਇੱਕ ਮਨੁੱਖ ਦੀ ਬੁੱਧੀ ਮੁਤਾਬਕ ਗੁਰੂ ਗੋਬਿੰਦ ਸਿੰਘ ਸਾਹਿਬ ਹੋ ਸਕਦੇ ਆ? ਕੀ ਸਾਡੀ ਸੋਚ ਦੱਸ ਸਕਦੀ ਹੈ ਕਿ ਗੁਰੂ ਸਾਹਿਬ ਕਿਹੋ ਜਿਹੇ ਨੇ? ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਇਸ ਬਾਣੀ ਦੇ ਅੰਦਰ ਗਰੀਬ ਨਵਾਜ਼ ਨੇ ਜੋ ਸਾਨੂੰ ਗਿਆਨ ਦਿੱਤਾ ਹੈ, ਜੋ ਬਖਸ਼ਿਸ਼ ਕੀਤੀ ਹੈ, ਸਭ ਤੋਂ ਪਹਿਲਾਂ ਸ੍ਰੀ ਦਸਮ ਗ੍ਰੰਥ ਦੀ ਬਾਣੀ ਦਾ ਬੋਧ ਪ੍ਰਾਪਤ ਕਰਨ ਦਾ ਤਰੀਕਾ ਮੈਂ ਆਪ ਜੀ ਨੂੰ ਜ਼ਰੂਰ ਦੱਸਾਂਗਾ, ਜੋ ਜਥੇ ਸੰਗਤ ਵਿੱਚੋਂ ਮਿਲਿਆ। ਜੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਸੁੱਧ ਸੰਥਿਆ ਨਹੀਂ ਕੀਤੀ ਤੇ ਤੁਹਾਨੂੰ ਦਸਮ ਬਾਣੀ ਦੀ ਨਹੀਂ ਪਤਾ ਲੱਗਣਾ, ਬਿਲਕੁਲ ਨਹੀਂ ਪਤਾ ਲੱਗਣਾ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੇ ਉਪਦੇਸ਼ ਆਏ ਆ, ਜਿਹੜੇ ਹਵਾਲੇ ਆਏ ਆ, ਉਹ ਬਹੁਤ ਸੂਖਸ਼ਮ ਰੂਪ ਵਿੱਚ ਆਏ ਆ ਤੇ ਉਹਨਾਂ ਦਾ ਖੁਲਾਸਾ ਸ੍ਰੀ ਦਸਮ ਗ੍ਰੰਥ ਦੇ ਅੰਦਰ ਕੀਤਾ ਗਿਆ। ਉਹਨਾਂ ਭਾਵਾਂ ਨੂੰ ਗੁਰੂ ਦਸਵੇਂ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਦੇ ਅੰਦਰ ਖੋਲਿਆ ਹੈ। ਭਾਵੇਂ ਕਿ ਵਿਰੋਧੀਆਂ ਵੱਲੋਂ ਤਾਂ ਇਹ ਕਿਹਾ ਜਾਂਦਾ ਹੈ ਕਿ ਇੱਥੇ ਖਾਲਸੇ ਦੀ ਸਿਫਤ ਦਾ ਇੱਕ ਵੀ ਲਫ਼ਜ਼ ਨਹੀਂ ਆਉਂਦਾ, ਪਰਮੇਸ਼ਰ ਦੀ ਕੋਈ ਵਡਿਆਈ ਦਾ ਸ਼ਬਦ ਨਹੀਂ ਆਉਂਦਾ। ਭਾਵ ਜਿਹਨੇ ਨਹੀਂ ਪੜਿਆ ਉਹਨੂੰ ਜੋ ਮਰਜ਼ੀ ਕਹੀ ਜਾਓ, ਉਹਨੇ ਮੰਨੀ ਜਾਣਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਨਹੀਂ ਪੜ੍ਹੀ। ਆਪਾਂ ਜੇ ਕਹੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਬਾਣੀ ਨਹੀਂ ਪੜ੍ਹਦੇ ਤੇ ਆਪਾਂ ਮਹਾਰਾਜ ਨੂੰ ਕੀ ਮੰਨਦੇ? ਜੇ ਸਤਿਗੁਰੂ ਦੀ ਬਾਣੀ ਦਾ ਬੋਧ ਨਹੀਂ ਸਾਡੇ ਕੋਲ, ਗਿਆਨ ਨਹੀਂ ਸਾਡੇ ਕੋਲ, ਸੁੱਧ ਸੰਥਿਆ ਨਹੀਂ ਕੀਤੀ ਹੋਈ, ਤੇ ਫਿਰ ਆਪਾਂ ਦਸਮ ਗ੍ਰੰਥ ਦੀ ਬਾਣੀ ਨੂੰ ਕਿਵੇਂ ਸਮਝ ਲਾਂਗੇ? ਮੇਰੇ ਕੋਲ ਇੰਨਾ ਸਮਾਂ ਨਹੀਂ ਕਿ ਮੈਂ ਉਹਨਾਂ ਪ੍ਰਮਾਣਾਂ ਨੂੰ ਆਪ ਜੀ ਦੇ ਸਾਹਮਣੇ ਰੱਖਾਂ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜ਼ਿਕਰ ਆਉਂਦਾ ਹੈ, ਗੌਤਮ ਨਾਰ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਤੇ ਉਹਦਾ ਸਾਰਾ ਵਿਸਥਾਰ ਦਸਵੇਂ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਵਿੱਚ ਕੀਤਾ। ਜੇ ਕੋਈ ਨਾਰਦ ਜੀ ਦੇ ਭਰਮਣ ਦਾ ਜ਼ਿਕਰ ਆਉਂਦਾ ਹੈ, ਜਾਂ ਸ਼ੁਕਰਾਚਾਰੀਆ ਦਾ ਜ਼ਿਕਰ ਆਉਂਦਾ, ਅਗਸਤ ਮੁਨੀ ਦਾ ਜ਼ਿਕਰ ਆਉਂਦਾ, ਦੁਰਵਾਸ਼ਾ ਦਾ ਜ਼ਿਕਰ ਆਉਂਦਾ, ਭਾਰਤ ਵਰਸ਼ ਰਿਸ਼ੀਆਂ ਤੇ ਮੁਨੀਆਂ ਦੀ ਧਰਤੀ ਮੰਨੀ ਗਈ ਹੈ। ਉੱਥੇ ਜੀਵ ਦੇ ਕਲਿਆਣ ਲਈ ਗੁਰੂ ਸਾਹਿਬ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਵੀ ਰਿਸ਼ੀਆਂ ਮੁਨੀਆਂ ਨੇ ਬਹੁਤ ਗ੍ਰੰਥ ਜੀਵ ਦੇ ਭਲੇ ਲਈ ਲਿਖੇ ਆ। ਉਹਨਾਂ ਨੇ ਆਪੋ ਆਪਣੇ ਨਜ਼ਰੀਏ ਰਾਹੀਂ ਪਰਮਾਰਥ ਦਾ ਮਾਰਗ ਦੱਸਿਆ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਸਾਰੇ ਧਾਰਮਿਕ ਗ੍ਰੰਥਾਂ ਦਾ ਨਿਚੋੜ ਕੱਢ ਕੇ ਸ੍ਰੀ ਦਸਮ ਗ੍ਰੰਥ ਦੇ ਅੰਦਰ ਭਰ ਦਿੱਤਾ। ਜਦੋਂ ਕਿ ਕੋਈ ਕਹਿੰਦੇ ਆ ਜੀ ਇਹ ਤਾਂ ਫਲਾਣੇ ਗ੍ਰੰਥ ਵਿੱਚ ਵੀ ਲਿਖੀ ਹੋਈ ਹੈ ਚੀਜ਼, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਗ੍ਰੰਥਾਂ ਦੇ ਸਾਰੇ ਹਵਾਲੇ ਦਸਮ ਗ੍ਰੰਥ ਦੇ ਅੰਦਰ ਲਿਖ ਦਿੱਤੇ।
ਗਰੀਬ ਨਵਾਜ ਸਤਿਗੁਰੂ ਜੀ ਦੀ ਇਹ ਅਮਰ ਤੇ ਪਵਿੱਤਰ ਰਚਨਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਸ਼੍ਰੀ ਅਕਾਲ ਉਸਤਤ ਦੀ ਰਚਨਾ ਕੀਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਕਮਰ ਕੱਸੇ ਦਾ ਗੁਟਕਾ ਸਾਹਿਬ ਹੈ ਦਮਦਮਾ ਸਾਹਿਬ, ਉਹਦੇ ਵਿੱਚ ਇਹ ਬਾਣੀ ਦਰਜ ਹੈ ਜੋ ਬਾਬਾ ਜੀ ਸਾਹਿਬ ਰੋਜ਼ ਦਾ ਨਿਤਨੇਮ ਕਰਿਆ ਕਰਦੇ। ਮੇਰੇ ਕੋਲ ਐਸੇ ਬਹੁਤ ਹਵਾਲੇ ਆ ਜਿਸ ਨਾਲ ਮੈਂ ਇਹ ਸਿੱਧ ਕਰ ਸਕਦਾ ਹਾਂ ਕਿ ਇਹ ਗੁਰੂ ਦਸਵੇਂ ਪਾਤਸ਼ਾਹ ਦੀ ਬਾਣੀ ਹੈ। ਪਰ ਕੀ ਹੈ ਕਿ ਆਪਾਂ ਕੇਵਲ ਡਰਦੇ ਹੋਏ ਸ਼ਰਧਾ ਦੇ ਨਾਲ ਹੀ ਕਿ ਜੇ ਗਿਆਨੀ ਜੀ ਨੂੰ ਸਵਾਲ ਪੁੱਛਿਆ ਤੇ ਉਹ ਇਹ ਨਾ ਕਹਿਣ ਕਿ ਬੜਾ ਨਾਸਤਿਕ ਹੈ, ਇਹਨੂੰ ਦਸਵੇਂ ਪਾਤਸ਼ਾਹ ਦੀ ਬਾਣੀ ਉੱਪਰ ਸ਼ਰਧਾ ਨਹੀਂ। ਕਈ ਵਿਚਾਰੇ ਇਸ ਤਰ੍ਹਾਂ ਝਿਜਕ ਕੇ ਨਹੀਂ ਪੁੱਛਦੇ। ਜੇਕਰ ਤੁਸੀਂ ਆਪਣੇ ਮਨ ਦੇ ਅੰਦਰ ਝਿਜਕ ਰੱਖੋਗੇ ਤੇ ਜੇ ਕਿਸੇ ਨਾਸਤਿਕ ਕੋਲੋਂ ਸੁਣਿਆ, ਬਾਣੀ ਦੇ ਨਿੰਦਕ ਕੋਲੋਂ ਸੁਣਿਆ, ਤਾਂ ਉਹ ਗੱਲ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਣੀ ਹੈ। ਫਿਰ ਕਿਉਂਕਿ ਅੱਜ ਕੱਲ ਦਲੀਲ ਨੂੰ ਬਹੁਤ ਮੰਨਿਆ ਜਾਂਦਾ ਤੇ ਸਿੱਖ ਸਟੇਜਾਂ ਦੇ ਉੱਤੇ ਸਿੱਖ ਪ੍ਰਚਾਰਕ ਹੀ ਕਹੀ ਜਾਂਦੇ ਆ ਕੋਈ ਸ਼ਿਵ ਜੀ ਨਹੀਂ ਹੁੰਦਾ, ਕੋਈ ਬ੍ਰਹਮਾ ਨਹੀਂ, ਕੋਈ ਵਿਸ਼ਨੂੰ ਨਹੀਂ, ਕੋਈ ਭੂਤ ਪ੍ਰੇਤ ਨਹੀਂ। ਬੇਸਿਕ ਗੱਲਾਂ ਹੀ ਅਸੀਂ ਸਿੱਖਾਂ ਨੂੰ ਦੱਸੀ ਜਾਂਦੇ ਆ। ਜੇ ਜਪਜੀ ਸਾਹਿਬ ਦੇ ਅਰਥ ਪੜ੍ਹ ਲਓਗੇ ਸਭ ਕੁਝ ਪਤਾ ਲੱਗ ਜਾਣਾ। ਮਹਾਰਾਜ ਗੂਜਰੀ ਰਾਗ ਵਿੱਚ ਕਹਿੰਦੇ ਆ ਨਾਭ ਕਮਲ ਤੇ ਬ੍ਰਹਮਾ ਉਪਜੈ ਭੇਦ ਪੜ੍ਹੈ ਮੁਖ ਕੰਠ ਸਵਾਰ। ਜੇ ਬ੍ਰਹਮਾ ਹੁੰਦਾ ਹੀ ਨਹੀਂ ਫਿਰ ਮਹਾਰਾਜ ਨੇ ਕਿਵੇਂ ਕਿਹਾ ਕਿ ਵਾਹਿਗੁਰੂ ਆਪ ਨੂੰ ਬ੍ਰਹਮਾ ਵੀ ਗਾ ਰਿਹਾ, ਸ਼ਿਵਜੀ ਵੀ ਗਾ ਰਿਹਾ, ਵਿਸ਼ਨੂੰ ਵੀ ਗਾ ਰਿਹਾ। ਜਿਹੜੀ ਚੀਜ਼ ਸਾਨੂੰ ਨਹੀਂ ਦਿਸਦੀ ਇਹਦਾ ਮਤਲਬ ਵੀ ਉਹ ਹੈ ਹੀ ਨਹੀਂ। ਫਿਰ ਜੇ ਇਹ ਹੈ ਹੀ ਨਹੀਂ ਤੇ ਫਿਰ ਸਤਿਗੁਰੂ ਜੀ ਨੇ ਬਚਨ ਕਿਉਂ ਕਹੇ ਆ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਕੁਝ ਸ਼ਕਤੀਆਂ ਹਨ, ਕੁਝ ਪਾਵਰਾਂ ਹਨ, ਪਰ ਜਿਨ੍ਹਾਂ ਤੋਂ ਸਭ ਤੋਂ ਵੱਡੇ ਹਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਜਿੰਨਾ ਚਿਰ ਗੁਰਬਾਣੀ ਦੇ ਅਰਥ ਨਹੀਂ ਪੜੋਗੇ, ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ ਇੱਕ ਬਚਨ ਕਿਹਾ ਕਰਦੇ ਸੀ ਕਿ ਜੇ ਘਰ ਦੇ ਅੰਦਰ ਕੋਈ ਜਾਗਦਾ ਨਾ ਹੋਵੇ, ਪਹਿਰੇਦਾਰ ਨਾ ਹੋਵੇ ਤੇ ਚੋਰ ਉੱਥੇ ਸੰਨ ਲਾਉਂਦੇ ਆ। ਸਾਡੀ ਸਭ ਤੋਂ ਵੱਡੀ ਕਮਜ਼ੋਰੀ ਇਹ ਆ ਕਿ ਆਪਾਂ ਕੋਲ ਟਾਈਮ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੁੱਧ ਸੰਥਿਆ ਕਰਨ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦਰਪਣ ਦੇ ਵਿੱਚ ਜਦੋਂ ਸ੍ਰੀ ਦਸਮ ਗ੍ਰੰਥ ਦੀ ਬਾਣੀ ਨੂੰ ਵੇਖੋਗੇ ਤੁਹਾਨੂੰ ਕੁਝ ਵੀ ਗਲਤ ਨਹੀਂ ਪ੍ਰਤੀਤ ਹੋਵੇਗਾ, ਕੁਝ ਵੀ ਗਲਤ ਨਹੀਂ ਪ੍ਰਤੀਤ ਹੋਣਾ। ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਸੱਚਖੰਡ ਸ੍ਰੀ ਹਜੂਰ ਸਾਹਿਬ ਮਹਾਰਾਜ ਦੇ ਉਸ ਪਾਵਨ ਅਸਥਾਨ ਤੇ ਬੜੀ ਵਾਰੀ ਮਾਣ ਮਿਲਿਆ ਹੈ ਕਥਾ ਕਰਨ ਦਾ। ਅੰਮ੍ਰਿਤ ਵੇਲੇ ਗੁਰਬਾਣੀ ਦੀ ਕਥਾ ਹੁੰਦੀ ਹੈ, ਸ਼ਾਮ ਨੂੰ ਲੜੀਵਾਰ ਇਤਿਹਾਸ ਦੀ ਕਥਾ ਹੁੰਦੀ ਹੈ। ਜਿੰਨਾ ਚਿਰ ਪਤਾ ਨਹੀਂ ਆਖੇ ਜੀ ਸ੍ਰੀ ਦਸਮ ਗ੍ਰੰਥ ਦਾ ਜਿਹੜਾ ਉਹ ਬਰਾਬਰ ਕਿਉਂ ਪ੍ਰਕਾਸ਼ ਕੀਤਾ ਜਾਂਦਾ। ਗੁਰੂ ਪਿਆਰੇ ਖਾਲਸਾ ਜੀ, ਸ੍ਰੀ ਦਸਮ ਗ੍ਰੰਥ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਵਾਲੀ ਪਾਲਕੀ ਸਾਹਿਬ ਦੇ ਵਿੱਚ ਹੁੰਦਾ। ਮੈਂ ਉਹਦੇ ਵਿੱਚ ਆਪ ਜੀ ਨੂੰ ਮੰਤਰ ਦੱਸਦਾ। ਜਿਸ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਉਹ ਸੋਨੇ ਦੀ ਪਾਲਕੀ ਬਹੁਤ ਵੱਡੀ। ਸ੍ਰੀ ਦਸਮ ਗ੍ਰੰਥ ਦੀ ਬਾਣੀ ਜਿੱਥੇ ਦਸਮ ਸਰੂਪ ਪ੍ਰਕਾਸ਼ ਹੁੰਦੇ ਆ ਉਹ ਪਾਲਕੀ ਸਾਹਿਬ ਛੋਟੀ ਹੈ, ਕਿਉਂਕਿ ਗੁਰਤਾ ਗੱਦੀ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਹਨ ਤੇ ਨੰਦੇੜ ਦੀ ਧਰਤੀ ਤੇ ਦਸਵੇਂ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ੀ ਹੈ। ਤੇ ਜਿਹੜਾ ਰਾਜਾ ਹੁੰਦਾ ਨਾ ਉਹਦੀ ਸਭਾ ਵਿੱਚ ਜੇ ਵਜ਼ੀਰ ਨਾ ਬੈਠੇ ਹੋਣ ਤੇ ਉਹਦੀ ਸਭਾ ਨਹੀਂ ਫੱਬਦੀ। ਸ੍ਰੀ ਦਸਮ ਗ੍ਰੰਥ ਦੀ ਬਾਣੀ ਇਹ ਸਤਿਗੁਰੂ ਜੀ ਦੇ ਦਰਬਾਰ ਦੇ ਅੰਦਰ ਵਜ਼ੀਰ ਵਜੋਂ ਅਹੁਦਾ ਰੱਖਦੀ ਹੈ। ਤੇ ਜਿਨ੍ਹਾਂ ਪ੍ਰਮਾਣਿਤ ਬਾਣੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਗਾਇਆ ਜਾਂਦਾ ਹੈ, ਪੜ੍ਹਿਆ ਜਾਂਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰਾਗੀ ਸਿੰਘ ਕੀਰਤਨ ਕਰ ਰਹੇ ਸੀ, ਸੱਸੀ ਪੁੰਨੂ ਆਸਕੀ ਚਾਹੋਂ ਚੱਕੀ ਜਾਣੀ। ਇਹ ਸਥਾਈ ਭਾਵ ਰੱਖਿਆ ਹੋਇਆ ਸੀ, ਧਿਆਨ ਦੇਣਾ ਆਪ ਜੀ ਨੇ।
ਜਿਸ ਸਮੇਂ ਉਹ ਕੀਰਤਨ ਦੀਆਂ ਤੁਕਾਂ ਅਸੀਂ ਸੁਣ ਰਹੇ ਸਾਂ ਤੇ ਇੱਕ ਗੁਰਮੁਖ ਮੈਨੂੰ ਕਹਿਣ ਲੱਗਾ ਕਿ ਗਿਆਨੀ ਜੀ, ਦਸਮ ਗ੍ਰੰਥ ਦੇ ਅੰਦਰ ਵੇਖੋ ਕੀ ਲਿਖਿਆ ਹੋਇਆ। ਸੱਸੀ ਪੁੰਨੂ ਦਾ ਜ਼ਿਕਰ ਕੀਤਾ। ਮੈਂ ਕਿਹਾ ਤੇ ਭਾਈ ਗੁਰਦਾਸ ਜੀ ਦੀ ਵਾਰ ਹੈ। ਅੱਛਾ, ਭਾਈ ਗੁਰਦਾਸ ਜੀ ਨੇ ਵੀ ਇਸ ਤਰ੍ਹਾਂ ਲਿਖਿਆ? ਕਈ ਪ੍ਰਕਾਰ ਦੇ ਮਨ ਅੰਦਰ ਖਿਆਲ ਉਪਜਦੇ ਆ, ਪਰ ਗਿਆਨ ਨਾ ਹੋਣ ਕਰਕੇ ਸਿੱਖ ਠੱਗਿਆ ਜਾਂਦਾ। ਨਿਸ਼ਾਨ ਸਾਹਿਬ ਲੈ ਕਰਕੇ ਸਿੰਘ ਗੁਰੂ ਜੀ ਦੀ ਹਜ਼ੂਰੀ ਵਿੱਚ ਆਏ ਆ। ਨਿਸ਼ਾਨ, ਨਗਾਰੇ ਇਹ ਪੰਥ ਦੇ ਚਿੰਨ੍ਹ ਨੇ। ਮੈਨੂੰ ਇੱਕ ਬਚਨ ਯਾਦ ਆਇਆ, ਮੈਂ ਸੁਣਾ ਕੇ ਫਿਰ ਲੜੀਵਾਰ ਕਥਾ ਦੀ ਹਾਜ਼ਰੀ ਭਰਾਂ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੋ ਆਪਣੀ ਮੁਬਾਰਕ ਰਚਨਾ ਤੋਂ ਬਖਸ਼ਿਸ਼ ਕਰਦੇ ਆ। ਅੱਜ ਕੱਲ ਦੇ ਹਾਲਾਤ ਇਸ ਤਰ੍ਹਾਂ ਦੇ ਆ, ਜਦੋਂ ਅਸੀਂ ਬਾਣੀ ਪੜ੍ਹਨ ਵਾਸਤੇ ਗੁਟਕਾ ਸਾਹਿਬ ਲੈਣਾ ਹੁੰਦਾ ਨਾ, ਮੈਂ ਆਪਣੀ ਵੀ ਕਮਜ਼ੋਰੀ ਕਹਿਣ ਲੱਗਾ, ਤੇ ਗੁਟਕੇ ਸਾਹਿਬਾਂ ਦੇ ਉੱਤੇ ਲਿਖਿਆ ਹੁੰਦਾ ਹੈ ਦਮਦਮੀ ਟਕਸਾਲ ਦਾ ਗੁਟਕਾ ਸਾਹਿਬ, ਜਾਂ ਬੁੱਢੇ ਦਲ ਦਾ ਗੁਟਕਾ ਸਾਹਿਬ, ਜਾਂ ਨਾਨਕਸਰ ਦੀ ਮਰਿਆਦਾ ਅਨੁਸਾਰ ਗੁਟਕਾ ਸਾਹਿਬ। ਤੇ ਭਾਵੇਂ ਕਿ ਉਹਦੇ ਵਿੱਚ ਬਾਣੀਆਂ ਪੂਰੀਆਂ ਦਿੱਤੀਆਂ ਹੋਈਆਂ, ਤੇ ਜਿਨ੍ਹਾਂ ਨੇ ਜਾਪ ਸਾਹਿਬ ਵਿੱਚੋਂ ਕੱਟ ਦਿੱਤਾ, ਸਵਈਏ ਕੱਟ ਦਿੱਤੇ, ਚੌਪਈ ਸਾਹਿਬ ਕੱਟ ਦਿੱਤੀ, ਉਹਨਾਂ ਨੇ ਗੁਟਕੇ ਸਾਹਿਬ ਦੇ ਉੱਤੇ ਲਿਖਿਆ ਹੋਇਆ ਪੰਥ ਦਾ ਗੁਟਕਾ ਸਾਹਿਬ। ਤੇ ਅੱਜ ਕੱਲ ਦਾ ਜਿਹੜਾ ਦੌਰ ਚੱਲਿਆ, ਵੇਖ ਕਰਕੇ ਕੋਈ ਕਹੇਗਾ ਕਿ ਮੈਂ ਆ ਦਮਦਮੀ ਟਕਸਾਲ ਤੋਂ ਕੀ ਲੈਣਾ। ਇਹ ਇੱਕ ਵੱਖਰੀ ਜਮਾਤ ਹੈ, ਬੁੱਢਾ ਦਲ ਇੱਕ ਵੱਖਰੀ ਜਮਾਤ ਹੈ, ਬਾਕੀਆਂ ਵੱਖਰੀਆਂ ਜਥੇਬੰਦੀਆਂ ਨੇ। ਮੈਂ ਪੰਥਕ ਬਣਾ, ਪੰਥ ਦਾ ਗੁਟਕਾ ਸਾਹਿਬ ਲੈਣਾ। ਜਿਨ੍ਹਾਂ ਦਾ ਕੋਈ ਅੱਗੇ ਨਹੀਂ, ਕੋਈ ਪਿੱਛੇ ਨਹੀਂ, ਨਾ ਥਾਓ ਨਹੀਂ ਕੋਈ ਜਾਣਦਾ, ਉਹਨਾਂ ਨੇ ਗੁਟਕੇ ਸਾਹਿਬ ਦੇ ਉੱਤੇ ਲਿਖਿਆ ਪੰਥਕ ਗੁਟਕਾ ਸਾਹਿਬ। ਬਾਬਾ ਦੀਪ ਸਿੰਘ ਸਾਹਿਬ ਜੀ ਕੌਣ ਹੋਏ ਆ? ਉਹਨਾਂ ਨੂੰ ਪੰਥ ਨਹੀਂ ਕਹਾਂਗੇ। ਬੁੱਢਾ ਦਲ, ਤਰਨਾ ਦਲ ਪੰਥ ਦੀਆਂ ਮਹਾਨ ਸ਼ਾਖਾਵਾਂ ਨੇ। ਅਸਲ ਵਿੱਚ ਸਿੱਖ ਨੂੰ ਕੌਣ ਦੱਸੇਗਾ ਕਿ ਪੰਥ ਕੀ ਹੁੰਦਾ ਹੈ? ਜੇ ਦਮਦਮੀ ਟਕਸਾਲ ਨੂੰ ਇੱਕ ਡੇਰਾ ਕਿਹਾ ਜਾਂਦਾ ਹੈ ਤੇ ਦੱਸਿਆ ਜਾਂਦਾ ਹੈ ਕਿ ਡੇਰਾਵਾਦ ਹੈ, ਭਾਵੇਂ ਕਿ ਮਹਾਂਪੁਰਸ਼ਾਂ ਦੇ ਸਮੇਂ ਵੀ ਕਿਸੇ ਨੇ ਸਵਾਲ ਉਠਾਇਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕਿਹਾ ਕਿ ਚੰਗਾ ਹੋਇਆ ਇਹ ਹੀ ਕਹਿੰਦੇ ਨਾ ਡੇਰਿਆਂ 'ਚ ਜੰਮੇ ਆ। ਮਹਾਂਪੁਰਖ ਕਹਿੰਦੇ ਸ਼ੁਕਰ ਕਰੋ ਇਹ ਨਹੀਂ ਕਹਿਤਾ ਕਿ ਸਿਨੇਮਿਆਂ 'ਚ ਜੰਮੇ ਆ। ਡੇਰਿਆਂ 'ਚ ਜੰਮੇ ਆ, ਡੇਰਿਆਂ 'ਚ ਹੀ ਰਹਿਣਾ। ਕਥਾ ਕੀਰਤਨ ਸੁਣਦੇ ਆ, ਭਲਾ ਹੁੰਦਾ। ਇਹ ਮਹਾਂਪੁਰਖਾਂ ਦੇ ਬਚਨ ਨੇ। ਆਪਣੇ ਮਨ ਦੇ ਅੰਦਰ ਅਨੇਕਾਂ ਪ੍ਰਕਾਰ ਦੇ ਸਧਾਰਨ ਸਿੱਖ ਦੇ ਖਿਆਲ ਪ੍ਰਗਟ ਹੁੰਦੇ ਆ ਕਿ ਮੈਂ ਪੰਥਕ ਬਣਨਾ। ਅਸਲ ਦੇ ਅੰਦਰ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਪੰਥ ਹੈ ਕੀ ਆ, ਕਿਉਂਕਿ ਹਰੇਕ ਜਥੇਬੰਦੀ ਨੂੰ ਅਸੀਂ ਵਖਰੇਵੇਂ ਰੂਪ ਵਿੱਚ ਵੇਖਦੇ ਹਾਂ। ਜੇ ਦਮਦਮੀ ਟਕਸਾਲ ਦਾ ਤੁਸੀਂ ਇਹ ਮੰਨਦੇ ਹੋ ਕਿ ਵੱਖਰੀ ਜਮਾਤ ਹੈ, ਇੱਕ ਜਥੇਬੰਦੀ ਹੈ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਕਥਾ ਕਰਕੇ ਗਏ ਆ, ਦਮਦਮੀ ਟਕਸਾਲ ਨੇ ਪੜ੍ਹਾਇਆ, ਤੇ ਇੰਨਾ ਲੰਮਾ ਸਮਾਂ ਉਹਨਾਂ ਨੇ ਮੰਜੀ ਸਾਹਿਬ ਸੇਵਾ ਕੀਤੀ ਹੈ ਪੰਥ ਦੀ। ਤੇ ਆਪਾਂ ਜੇ ਇਹੀ ਸਮਝਦੇ ਹਾਂ ਕਿ ਗੋਲ ਦਸਤਾਰ ਤੇ ਇਹ ਚੋਲਾ ਹੀ ਟਕਸਾਲ ਦੀ ਕੇਵਲ ਮਰਿਆਦਾ ਤੇ ਇਹ ਹੀ ਟਕਸਾਲੀ ਹੈ, ਤੇ ਸਿੰਘ ਸਾਹਿਬ ਜੀ ਤਾਂ ਹੁਣ ਚੋਲਾ ਪਾਉਂਦੇ ਵੀ ਨਹੀਂ ਭਾਵੇਂ। ਦਮਦਮੀ ਟਕਸਾਲ ਨੇ ਐਸੇ ਸਿੰਘ ਸਾਹਿਬ ਪੈਦਾ ਕੀਤੇ ਆ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਉੱਚ ਅਹੁਦਿਆਂ ਤੇ ਸੇਵਾ ਨਿਭਾ ਚੁੱਕੇ ਆ ਤੇ ਨਿਭਾ ਰਹੇ ਆ। ਕਦਾਚਿਤ ਮਨ ਦੇ ਅੰਦਰ ਸਾਨੂੰ ਇਹ ਖਿਆਲ ਨਹੀਂ ਰੱਖਣਾ ਚਾਹੀਦਾ ਕਿ ਇਹ ਵੱਖਰਾ ਧੜਾ ਹੈ, ਉਹ ਵੱਖਰਾ ਧੜਾ ਹੈ। ਪੰਥ ਇੱਕ ਗੁਲਦਸਤਾ ਹੈ ਜਿਸ ਦੇ ਅੰਦਰ ਬੁੱਢਾ ਦਲ ਹੈ,
ਤਰਨਾ ਦਲ ਹੈ, ਦਮਦਮੀ ਟਕਸਾਲ ਹੈ, ਸੇਵਾ ਪੰਥੀ ਨੇ, ਨਿਰਮਲੇ ਮਹਾਂਪੁਰਖ ਨੇ, ਉਦਾਸੀ ਮਹਾਂਪੁਰਖ ਨੇ। ਤੇ ਅੱਜ ਕੱਲ ਦੋਖੀਆਂ ਦਾ ਇਹ ਵੀ ਵੱਡਾ ਪ੍ਰਚਾਰ ਹੋ ਰਿਹਾ ਕਿ ਬਾਬਾ ਸ਼੍ਰੀ ਚੰਦ ਜੀ ਦੀ ਨਿੰਦਾ ਕਰਨ ਵਾਸਤੇ ਢਿੱਲ ਨਹੀਂ ਕਰਦੇ। ਐਡੇ ਮਹਾਨ ਤਪਸਵੀ ਮਹਾਂਪੁਰਸ਼ ਦੀ ਨਿੰਦਾ ਕਰਦੇ ਆ। ਤੇ ਬਾਬਾ ਸ਼੍ਰੀ ਚੰਦ ਜੀ ਨੂੰ ਨਾਨਕ ਪੰਥੀ ਕਿਹਾ ਜਾਂਦਾ ਸੀ। ਜਿਹੜੇ ਉਦਾਸੀ ਸੀ ਨਾ, ਉਹ ਤਾਂ ਕੇਵਲ 2% ਭ੍ਰਸ਼ਟ ਹੋਏ ਸੀ ਤੇ ਸਿੰਘ ਸਭਾ ਲਹਿਰ ਚੱਲੀ ਹੈ। ਤੇ ਉਦਾਸੀਆਂ ਦੇ ਸਮੇਂ ਵਿੱਚ ਹਿੰਦੁਸਤਾਨ ਦੇ 80% ਮੰਦਿਰਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀਗਾ। ਕੁਰੂਕਸ਼ੇਤਰ ਚਲੇ ਜਾਓ, ਗੁਰੂ ਸਾਹਿਬ ਜੀ ਦੇ ਅਸਥਾਨ ਮਿਲਣਗੇ ਜਿਹੜੇ ਮੰਦਿਰਾਂ ਨਾਲ ਸਾਂਝੇ ਹਨ। ਅੱਜ ਹਿੰਦੁਸਤਾਨ ਦਾ 80% ਹਿੱਸਾ ਸਿੱਖ ਹੋਣਾ ਸੀ ਜੇ ਉਦਾਸੀਆਂ ਨੂੰ ਇਸ ਕਦਰ ਨਾ ਤੱਕਿਆ ਜਾਂਦਾ ਤਾਂ। ਜਦੋਂ ਖਾਲਸਾ ਜੰਗਾਂ ਯੁੱਧਾਂ ਵਿੱਚ ਰਿਹਾ, ਉਹਨਾਂ ਦੇ ਮੋਢਿਆਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪ੍ਰਸਾਰ ਦਾ ਜੇ ਇਹ ਜਿੰਮਾ ਆਇਆ ਤੇ ਬਹੁਤ ਬਾਖੂਬੀ ਉਹਨਾਂ ਨੇ ਵਿੱਦਿਆ ਪੜ੍ਹਾਈ ਅਤੇ ਗੁਰੂ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕੀਤਾ। ਪਰ ਜਿਨ੍ਹਾਂ ਕੋਲ ਪ੍ਰਬੰਧ ਅੱਜ ਕੱਲ੍ਹ ਆ ਗਿਆ, ਬੇਨਤੀ ਕਰਾਂ, ਉਦਾਸੀਆਂ ਕੋਲ ਜਦੋਂ ਪ੍ਰਬੰਧ ਹੁੰਦਾ ਸੀ ਤੇ ਇੱਕ ਦਿਨ ਵਿੱਚ 4 ਕਥਾ ਹੁੰਦੀਆਂ ਸੀ ਗੁਰੂ ਧਾਮਾਂ ਦੇ ਅੰਦਰ। 4 ਕਥਾ। ਸਵੇਰੇ ਗੁਰਬਾਣੀ ਦੀ ਕਥਾ ਹੁੰਦੀ ਸੀ, ਦੁਪਹਿਰ ਨੂੰ ਸ਼੍ਰੀ ਦਸਮ ਗ੍ਰੰਥ ਦੀ ਕਥਾ ਹੁੰਦੀ ਸੀ, ਸ਼ਾਮ ਨੂੰ ਇਤਿਹਾਸ ਦੀ ਕਥਾ ਹੁੰਦੀ ਸੀ ਤੇ ਰਾਤ ਨੂੰ ਲੰਗਰ ਛਕਣ ਤੋਂ ਬਾਅਦ ਖੁੱਲੀਆਂ ਵਿਚਾਰਾਂ ਹੁੰਦੀਆਂ ਸੀ। ਜਿਹੜਾ ਰੋਜ਼ ਇਸ ਤਰ੍ਹਾਂ ਸੰਗਤ ਵਿੱਚ ਰਹਿ ਕਰਕੇ ਕਥਾ ਕੀਰਤਨ ਸੁਣਦਾ ਸੀ, ਉਸ ਨੂੰ ਧਰਮ ਦਾ ਗਿਆਨ ਹੋ ਜਾਂਦਾ ਸੀ, ਬੋਧ ਹੋ ਆਉਂਦਾ ਸੀ। ਤੇ ਸਭ ਤੋਂ ਪਹਿਲਾਂ ਜਦੋਂ ਪ੍ਰਬੰਧ ਇਹਨਾਂ ਦੇ ਹੱਥ ਵਿੱਚ ਆਇਆ, ਜਿਨ੍ਹਾਂ ਨੂੰ ਕੋਈ ਬਾਣੀ ਦਾ ਬੋਧ ਨਹੀਂ, ਗਿਆਨ ਨਹੀਂ, ਉਹਨਾਂ ਨੇ ਪਹਿਲਾਂ ਚੱਲਦੀਆਂ ਕਥਾ ਹੀ ਬੰਦ ਕੀਤੀਆਂ। ਕੈਨੇਡਾ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ, ਉਹਦੇ ਬਾਹਰ ਲਿਖ ਕੇ ਲਾਇਆ ਹੁੰਦਾ, ਇੱਥੇ ਕਥਾ ਨਹੀਂ ਹੁੰਦੀ ਜੀ। ਕਿਉਂਕਿ ਕਥਾ 'ਚ ਹੀ ਦੱਸਿਆ ਜਾਣਾ ਕਿ ਮੂੰਹ ਨੂੰ ਰੰਗ ਲਾਉਣਾ ਇਹ ਕਾਲਖ ਹੈ, ਬੱਜਰ ਕਰਾਤ ਹੈ। ਕਥਾ 'ਚ ਹੀ ਦੱਸਿਆ ਜਾਣਾ ਕਿ ਹਾਰ ਸ਼ਿੰਗਾਰ ਕਰਨਾ ਇਹ ਝੂਠ ਹੈ, ਪਾਪ ਹੈ। ਕਥਾ 'ਚ ਹੀ ਦੱਸਿਆ ਜਾਣਾ ਕਿ 4 ਬੱਜਰ ਕਰਾਤਾਂ ਤੋਂ ਬਚ ਜਾਓ। 5 ਕਕਾਰਾਂ ਦੀ ਰਹਿਤ ਕੀ ਹੈ? ਉਹ ਕਹਿੰਦੇ ਕਥਾ ਹੀ ਬੰਦ ਕਰੋ, ਯਾਬੀ ਨਿਬੇੜੋ, ਕੀਰਤਨ ਹੋਈ ਜਾਵੇ ਕੱਲਾ। ਨਾ ਕਿਸੇ ਨੇ, ਜਿੱਥੇ ਸਤਸੰਗੀ ਸਿੱਖ ਨਹੀਂ ਨਾ ਰਹਿੰਦੇ, ਬਹੁਤ ਉਹਨਾਂ ਦੇ ਮਨਾਂ ਅੰਦਰ ਭੁਲੇਖੇ ਹੈ, ਕਿਉਂਕਿ ਕਥਾ ਹੁੰਦੀ ਨਹੀਂ। ਗੁਰਬਾਣੀ ਦੀ ਕਥਾ ਨਹੀਂ ਸੁਣਨੀ, ਇਤਿਹਾਸ ਦੀ ਕਥਾ ਨਹੀਂ ਸੁਣਨੀ, ਗਿਆਨ ਦਾ ਰਸਤਾ ਬੰਦ ਹੋ ਜਾਏਗਾ, ਗਿਆਨ ਨਹੀਂ ਪ੍ਰਾਪਤ ਹੋਵੇਗਾ। ਤੇ ਅੱਜ ਕੱਲ ਉਹਨਾਂ ਪ੍ਰਬੰਧਕਾਂ ਦੇ ਵੀ ਬੱਚੇ ਵਿਗੜ ਗਏ, ਘਰਾਂ ਵਿੱਚ ਸ਼ਰਾਬਾਂ ਆ ਗਈਆਂ, ਬੁਰੀ ਹਾਲਤ ਹੋ ਗਈ ਤੇ ਪੰਥ ਦਾ ਬਹੁਤ ਵੱਡਾ ਨੁਕਸਾਨ ਹੋਇਆ। ਭਾਵੇਂ ਕਿ ਸਾਡੇ ਮੁੱਖ ਗੁਰਧਾਮਾਂ ਤੇ ਇਹ ਕਥਾ ਦੀ ਪ੍ਰਣਾਲੀ ਚੱਲਦੀ ਹੈ, ਜੇ ਉਹਨਾਂ ਦਾ ਵਸ ਚੱਲੇ ਤੇ ਉੱਥੋਂ ਵੀ ਇਹ ਬੰਦ ਕਰਨ ਵਾਸਤੇ ਕੋਈ ਕਸਰ ਨਹੀਂ ਛੱਡ ਰਹੇ। 10ਵੇਂ ਪਾਤਸ਼ਾਹ ਜੀ ਮਹਾਰਾਜ ਮਿੰਟ 10 ਰਹਿੰਦੇ ਆ, 45 ਮਿੰਟ ਮੈਨੂੰ ਹੁਕਮ ਹੋਇਆ, 10 ਮਿੰਟ ਮੈਂ ਕਥਾ ਲੜੀਵਾਰ ਆਪ ਜੀ ਨੂੰ ਸੁਣਾਵਾਂਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪੂਰਵਜਾਂ ਦਾ ਜ਼ਿਕਰ ਕਰਦੇ ਆ, ਵੱਡਿਆਂ ਸਤਿਗੁਰਾਂ ਜੀ ਦਾ ਜ਼ਿਕਰ ਕਰਦੇ ਆ। ਜਿੱਥੇ ਕੋਈ ਪੰਕਤੀ ਨੁਕਤੇ ਵਾਲੀ ਆਏਗੀ ਉੱਥੇ ਮੈਂ 2 ਮਿੰਟ ਜ਼ਰੂਰ ਲਾ ਦਿਆਂਗਾ। ਆਪ ਜੀ ਪਿਆਰ ਸ਼ਰਧਾ ਨਾਲ ਸਰਵਣ ਕਰੋ। ਮਹਾਰਾਜ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਅੰਗਦ ਕੋ ਬਪ ਧਰਾ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪੂਰਵਜਾਂ ਦਾ ਜ਼ਿਕਰ ਕਰਦੇ ਆ। ਜਿੱਥੇ ਸਤਿਗੁਰੂ ਜੀ ਨੇ ਕੱਲ ਦੇ ਉਪਦੇਸ਼ ਵਿੱਚ ਆਇਆ ਸੀਗਾ ਕਿ ਜੋ ਤਾਕੈ ਮਾਰਗ ਮਹਿ ਆਏ ਤੇ ਦੁਖ ਭੂਖ ਨ ਕਬੂ ਸਤਾਏ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਨਾਵੇਂ ਪਾਤਸ਼ਾਹ ਜੀ ਤੱਕ ਜ਼ਿਕਰ ਕਰਨਗੇ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਨੇ ਕਿ ਤਿੰਨ ਬੇਦੀਆਂ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ, ਜਹ ਤਹ ਭਏ ਸਹਾਏ। ਹੁਣ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਨਾ ਗੁਰੂ ਅੰਗਦ ਸਾਹਿਬ ਦਾ ਸਰੀਰ ਧਰ ਲਿਆ। ਜਦੋਂ ਕੋਈ ਰਾਜਾ ਤਖਤ ਤੇ ਆ ਕਰਕੇ ਬੈਠਦਾ ਹੈ, ਜੇ ਕੋਈ ਉਹ ਪੁਸ਼ਾਕ ਬਦਲ ਕੇ ਆ ਜਾਵੇ ਤੇ ਕੀ ਆਪਾਂ ਕਹਿੰਦੇ ਰਾਜਾ ਬਦਲ ਗਿਆ? ਸਿਆਣਾ ਪੁਰਸ਼ ਇਹ ਕਹਿੰਦਾ ਕਿ ਇਹਨੇ ਪੁਸ਼ਾਕ ਬਦਲ ਲਈ, ਰਾਜਾ ਤਾਂ ਉਹ ਹੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਸਰੀਰ ਦੀ ਪੁਸ਼ਾਕ ਪਾ ਲਈ। ਆਣ ਖਡੂਰੇ ਜੋਤ ਜਗਾਈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਖਡੂਰ ਸਾਹਿਬ ਨੂੰ ਭਾਗ ਲਾਇਆ। ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਦਾ ਸਰੀਰ ਧਾਰਨ ਕਰ ਲਿਆ। ਧਰਮ ਧਰਮ ਪਰਚਰ ਇਹ ਜਗ ਮੋਹ ਕਰਾ। ਜਗਤ ਦੇ ਅੰਦਰ ਜਿਹੜੇ ਧਰਮ ਦਾ ਪ੍ਰਚਾਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕੀਤਾ, ਨਵਾਂ ਖੰਡਾਂ ਦੀ ਪ੍ਰਿਥਵੀ ਦਾ ਰਟਨ ਕਰਕੇ ਸੱਚੇ ਪਾਤਸ਼ਾਹ ਨੇ ਖਡੂਰ ਸਾਹਿਬ ਚੌਂਕੜਾ ਲਾ ਕਰਕੇ ਫਿਰ ਉਸੇ ਪ੍ਰਚਾਰ ਦਾ ਪਸਾਰ ਕੀਤਾ। ਕਿਉਂਕਿ ਦੂਰੋਂ ਦਰੇਡਿਓਂ ਸਿੱਖ ਗੁਰੂ ਅੰਗਦ ਸਾਹਿਬ ਦਾ ਦਰਸ਼ਨ ਕਰਨ ਲਈ ਆਉਂਦੇ। ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਅੱਗੇ ਕੌਣ ਵਰਸੋਏ ਆ? ਮਹਾਰਾਜ ਦਾ ਦਰਸ਼ਨ ਕਰਨ ਲਈ ਸਿੱਖ ਖਡੂਰ ਸਾਹਿਬ ਦੀ ਧਰਤੀ ਤੇ ਆਉਂਦੇ। ਤੇ ਗਰੀਬ ਨਵਾਜ ਸਤਿਗੁਰੂ ਜੀ ਦਾ ਦਰਸ਼ਨ ਐਸਾ ਸੀ, ਭੱਟਾਂ ਨੇ ਸਵਈਆਂ ਦੇ ਅੰਦਰ ਇਹ ਬਖਸ਼ਿਸ਼ ਕੀਤੀ ਹੈ ਕਿ ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁੱਖ ਜਾਏ। ਮਹਾਰਾਜ ਦਾ ਦਰਸ਼ਨ ਕਰਕੇ ਸਾਧ ਸੰਗਤ ਜੀ ਰੋਗੀ ਜਿਹੜੇ ਮੰਜਿਆਂ ਤੇ ਪੈ ਕੇ ਆਉਂਦੇ ਸੀ ਨਾ, ਆਪਣੇ ਪੈਰਾਂ ਨਾਲ ਤੁਰ ਕੇ ਜਾਂਦੇ ਸੀ। ਗੁਰੂ ਅੰਗਦ ਸਾਹਿਬ ਦਾ ਦਰਸ਼ਨ ਐਸਾ ਪਵਿੱਤਰ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦੇ ਧਰਮ ਦਾ ਪ੍ਰਚਾਰ ਜਗਤ ਦੇ ਅੰਦਰ ਫੈਲਾਇਆ। ਅਮਰਦਾਸ ਪੁਨ ਨਾਮ ਕਹਾਇਓ। ਫਿਰ ਗੁਰੂ ਨਾਨਕ ਸਾਹਿਬ ਨੇ ਆਪਣਾ ਨਾਮ ਗੁਰੂ ਅਮਰਦਾਸ ਸਾਹਿਬ ਕਹਾਇਆ। ਜਨ ਦੀਪਕ ਤੇ ਦੀਪ ਜਗਾਇਓ। ਗਰੀਬ ਨਵਾਜ ਕਹਿੰਦੇ ਜਿਵੇਂ ਦੀਵੇ ਤੋਂ ਅੱਗੇ ਦੀਵਾ ਜਗਾ ਦਈਦਾ ਹੈ। ਜਬ ਵਰਦਾਨ ਸਮੇਂ ਬਹੁ ਆਵਾ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਉਸ ਵਰਦਾਨ ਦਾ ਸਮਾਂ ਆਇਆ, ਸਤਿਗੁਰੂ ਜੀ ਨੇ ਪਿੱਛੇ ਆਪਣੀ ਵੰਸ਼ ਦਾ ਜ਼ਿਕਰ ਕੀਤਾ, ਜਿਸ ਦੀ ਕਥਾ ਬਚਿੱਤਰ ਨਾਟਕ ਦੇ ਅੰਦਰ ਦਰਜ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਵੇਦੀ ਵੰਸ਼ ਦਾ ਤੇ ਸੋਢੀ ਵੰਸ਼ ਦਾ ਜ਼ਿਕਰ ਕੀਤਾ ਕਿ ਵੇਦੀ ਵੰਸ਼ ਕਿਵੇਂ ਆਈ ਹੈ ਅਤੇ ਸੋਢ ਵੰਸ਼ ਕਿੱਥੋਂ ਚੱਲੀ ਹੈ। ਜਿਸ ਸਮੇਂ ਸੋਢੀਆਂ ਦੇ ਕੋਲੋਂ ਵੇਦ ਪਾਠ ਸੁਣ ਕਰਕੇ ਉਹਨਾਂ ਨੂੰ ਬਰਾਗ ਹੋਇਆ ਸੀ ਤੇ ਉਹਨਾਂ ਨੂੰ ਰਾਜ ਭਾਗ ਦੇ ਕਰਕੇ ਆਪ ਉਹਨਾਂ ਨੇ ਉਦਾਸੀ ਜਿਹੜੀ ਸੀ ਉਹ ਧਾਰਨ ਕਰ ਲਈ ਸੀ। ਪਰ ਉਹ ਉਸ ਸਮੇਂ ਵਚਨ ਦਿੱਤਾ ਸੀ ਕਿ ਜਦੋਂ ਕਲਯੁਗ ਦਾ ਸਮਾਂ ਆਵੇਗਾ ਇਹ ਰਾਜ ਭਾਗ ਅਸੀਂ ਤੁਹਾਨੂੰ ਵਾਪਸ ਕਰ ਦਿਆਂਗੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਉਸ ਵਰਦਾਨ ਦਾ ਸਮਾਂ ਆਇਆ, ਰਾਮਦਾਸ ਤਬ ਗੁਰੂ ਕਹਾਵਾ। ਤਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਬਣੇ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰੂ ਕਹਾਏ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਲਿਖਿਆ ਹੈ, ਭੱਟਾਂ ਨੇ ਬਾਣੀ ਦੇ ਅੰਦਰ ਇਹ ਸ਼ਬਦ ਕਹੇ ਨੇ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹ ਕਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕਉ, ਅਬ ਗੁਰ ਰਾਮਦਾਸ ਕਉ ਮਿਲੀ ਬਡਾਈ। ਤਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਤਾ ਦੇ ਮਾਲਕ ਹੋਏ। ਤਹ ਵਰਦਾਨ ਪੁਰਾਤਨ ਦੀਆ। ਉਹ ਪੁਰਾਤਨ ਵਰਦਾਨ ਜਿਹੜਾ ਸੀ ਤੇ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਦੇਣਾ ਕੀਤਾ। ਅਮਰਦਾਸ ਸੁਰਪੁਰ ਮਗ ਲੀਆ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਸੱਚਖੰਡ ਜਾਣਾ ਕੀਤਾ। ਸ੍ਰੀ ਨਾਨਕ ਅੰਗਦ ਕਰ ਮਾਨਾ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਗੁਰਸਿੱਖੋ, ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਅੰਗਦ ਸਾਹਿਬ ਦਾ ਜਿਹੜਾ ਨਾ ਉਹ ਇੱਕ ਰੂਪ ਕਰਕੇ ਜਾਣਿਓ, ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਕਰਕੇ ਜਾਣਿਓ। ਅਮਰਦਾਸ ਅੰਗਦ ਪਹਿਚਾਨਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਗੁਰੂ ਅੰਗਦ ਸਾਹਿਬ ਦਾ ਰੂਪ ਜਾਣਿਓ। ਅਮਰਦਾਸ ਰਾਮਦਾਸ ਕਹਾਇਓ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਹੀ ਗੁਰੂ ਰਾਮਦਾਸ ਸਾਹਿਬ ਨਾਮ ਕਹਾਇਆ ਹੈ। ਜਦੋਂ ਸਤਿਗੁਰੂ ਜੀ ਗੁਰਤਾ ਗੱਦੀ ਦਿੰਦੇ ਐ, ਆਪ ਜੀ ਇਤਿਹਾਸ ਤੋਂ ਜਾਣੂ ਉਹ ਮਹਾਰਾਜ ਆਪ ਮੱਥਾ ਟੇਕਦੇ। ਭਾਵੇਂ ਕਿ ਸੰਸਾਰ ਦੇ ਰਿਸ਼ਤਿਆਂ ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਹੈ, ਪਰ ਉਸ ਸਮੇਂ
ਸਾਰੇ ਜਗਤ ਦੇ ਸਿੱਖ ਵੇਖ ਰਹੇ ਸੀ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦਾਦੇ ਦੀ ਥਾਂ ਤੇ ਹੁੰਦਿਆਂ ਹੋਇਆਂ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਗੁਰਤਾ ਦੀ ਜੋਤ ਸਤਿਗੁਰੂ ਉਦੋਂ ਧਰਦੇ ਜਦੋਂ ਮੱਥਾ ਟੇਕਦੇ ਆ, ਤੇ ਸਿੱਖਾਂ ਨੂੰ ਉਸ ਸਮੇਂ ਇਹ ਮਹਾਰਾਜ ਜਣਾ ਦਿੰਦੇ ਕਿ ਜਿਨ੍ਹਾਂ ਨੂੰ ਅਸੀਂ ਮੱਥਾ ਟੇਕਿਆ ਤੇ ਮਹਾਰਾਜ ਤੋਂ ਵੱਡਾ ਤੇ ਕੋਈ ਨਹੀਂ। ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਜਦੋਂ ਗੁਰੂ ਰਾਮਦਾਸ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਹੈ, ਉਸ ਸਮੇਂ ਬਾਬਾ ਮੋਹਨ ਜੀ ਨੇ ਮੱਥਾ ਨਹੀਂ ਟੇਕਿਆ। ਤੇ ਬਾਣੀ ਨੇ ਜ਼ਿਕਰ ਕੀਤਾ, ਮੋਹਰੀ ਪੁੱਤ ਸਨਮੁਖ ਹੋਆ ਰਾਮਦਾਸੈ ਪੈਰੀ ਪਾਏ ਜੀਓ। ਬਾਬਾ ਮੋਹਰੀ ਜੀ ਤੇ ਸਮੇਂ ਅੱਗੇ ਹੋ ਗਏ, ਇਹ ਸੋਚਿਆ ਕਿ ਜਿਨ੍ਹਾਂ ਨੂੰ ਮੱਥਾ ਮੇਰੇ ਪਿਤਾ ਜੀ ਟੇਕ ਰਹੇ ਆ, ਮੈਂ ਕਿਉਂ ਨਾ ਮੱਥਾ ਟੇਕਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਤਰ੍ਹਾਂ ਮਸਤਕ ਆਪ ਟੇਕਦੇ ਤੇ ਜਣਾ ਦਿੰਦੇ ਕਿ ਇਹ ਸਾਡੇ ਤੋਂ ਬਾਅਦ ਹੁਣ ਤੁਹਾਡੇ ਗੁਰੂ ਨੇ। ਮਹਾਰਾਜ ਜੋਤ ਧਰ ਦਿੰਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿ ਰਹੇ ਹੈ ਕਿ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਹੀ ਗੁਰੂ ਅਮਰਦਾਸ ਸਾਹਿਬ ਦਾ ਨਾਮ ਕਹਾਇਆ, ਤੇ ਗੁਰੂ ਅਮਰਦਾਸ ਸਾਹਿਬ ਨੇ ਹੀ ਗੁਰੂ ਰਾਮਦਾਸ ਸਾਹਿਬ ਨਾਮ ਕਹਾਇਆ ਹੈ। ਸਾਤਨ ਲਖਾ ਮੂੜ ਨਹਿ ਪਾਇਓ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸਾਧੂਆਂ ਨੇ ਇਸ ਗੱਲ ਨੂੰ ਲਖਿਆ, ਮੂਰਖ ਨੇ ਨਹੀਂ ਪਾਇਆ। ਮੂਰਖ ਨੇ ਕੀ ਕਿਹਾ? ਗੁਰੂ ਨਾਨਕ ਸਾਹਿਬ ਵੇਦੀ ਹੈ, ਗੁਰੂ ਅੰਗਦ ਸਾਹਿਬ ਜੀ ਤੇਣ ਹੈ, ਗੁਰੂ ਅਮਰਦਾਸ ਸਾਹਿਬ ਜੀ ਭੱਲੇ ਹੈ, ਤੇ ਗੁਰੂ ਰਾਮਦਾਸ ਸਾਹਿਬ ਸੋਢੀ ਹੋਏ। ਸਤਿਗੁਰੂ ਕਹਿੰਦੇ ਸਾਧਨ ਲਖਾ ਮੂੜ ਨਹਿ ਪਾਇਓ। ਮੂਰਖ ਨੇ ਨਹੀਂ ਇਸ ਗੱਲ ਨੂੰ ਸਮਝਿਆ ਹੈ। ਭਿੰਨ ਭਿੰਨ ਸਭਹੂ ਕਰ ਜਾਣਾ। ਸਾਰਿਆਂ ਨੇ ਗੁਰੂ ਜੀ ਨੂੰ ਭਿੰਨ ਭਿੰਨ ਕਰਕੇ ਵੱਖਰਿਆਂ ਵੱਖਰਿਆਂ ਕਰਕੇ ਜਾਣਿਆ ਸਮਝਿਆ ਹੈ। ਏਕ ਰੂਪ ਕਿਨਹੂ ਪਹਿਚਾਨਾ। ਕਿਸੇ ਵਿਰਲੇ ਨੇ ਮਹਾਰਾਜ ਕਹਿੰਦੇ ਇੱਕ ਰੂਪ ਕਰਕੇ ਜਾਣਿਆ, ਜਿਵੇਂ ਬਾਬਾ ਬੁੱਢਾ ਸਾਹਿਬ ਨੇ ਜਾਣਿਆ। ਬਾਬਾ ਬੁੱਢਾ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੁੱਛਦੇ ਆ, ਜਦੋਂ ਦੂਸਰੀ ਜੰਗ ਫਤਿਹ ਕੀਤੀ ਨਾ, ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਸਾਨੂੰ ਵੱਡਿਆਂ ਸਤਿਗੁਰਾਂ ਜੀ ਦਾ ਕੋਈ ਬਚਨ ਸੁਣਾਓ। ਦਰਬਾਰ ਲੱਗਾ ਹੋਇਆ ਸੀ, ਸਿੱਖ ਬੈਠੇ ਹੋਏ ਸੀ। ਬਾਬਾ ਬੁੱਢਾ ਸਾਹਿਬ ਜੀ ਹੱਸ ਕੇ ਗਰੀਬ ਨਵਾਜ ਨੂੰ ਕਹਿੰਦੇ, ਮਹਾਰਾਜ ਤੁਸੀਂ ਪਹਿਲਿਆਂ ਜਾਮਿਆਂ ਵਿੱਚ ਆਪ ਹੀ ਤਾਂ ਕੌਤਕ ਕੀਤੇ ਆ, ਮੇਥੋਂ ਕਿਉਂ ਪੁੱਛਦੇ? ਜਿਹਨੂੰ ਇਸ ਗੱਲ ਦਾ ਅਨੁਭਵ ਹੈ ਉਹਨੂੰ ਦੱਸਣ ਲੱਗਿਆਂ ਵੀ ਸੰਗ ਆਉਂਦੀ ਹੈ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਿਸੇ ਵਿਰਲੇ ਨੇ ਇਸ ਗੱਲ ਨੂੰ ਜਾਣਿਆ ਹੈ। ਜਿਨ ਜਾਣਾ ਤਿਨ ਹੀ ਸਿੱਧ ਪਾਈ। ਜਿਸ ਨੇ ਜਾਣਿਆ ਉਸੇ ਨੇ ਹੀ ਸਿੱਧ ਮੁਕਤੀ ਨੂੰ ਪ੍ਰਾਪਤ ਕੀਤਾ ਹੈ। ਬਿਨ ਸਮਝੇ ਸਿੱਧ ਹੱਥ ਨ ਆਈ। ਬਿਨਾ ਸਮਝਣ ਤੋਂ ਮੋਕਸ਼ ਜਿਹੜਾ ਹੱਥ ਨਹੀਂ ਆਇਆ, ਮੁਕਤੀ ਹੱਥ ਨਹੀਂ ਆਵੇਗੀ ਜਿੰਨਾ ਚਿਰ ਗੁਰੂ ਸਾਹਿਬ ਨੂੰ ਇੱਕ ਜੋਤ ਕਰਕੇ ਨਹੀਂ ਜਾਣਾਂਗੇ। ਰਾਮਦਾਸ ਹਰਿ ਸਿਉ ਮਿਲ ਗਏ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਨਾਲ ਮਿਲ ਗਏ। ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਗਏ। ਇੱਕ ਇੱਕ ਪੰਕਤੀ ਤੱਕ 8ਵੇਂ ਪਾਤਸ਼ਾਹ ਜੀ ਤੱਕ ਜ਼ਿਕਰ ਆਵੇਗਾ। ਮੈਂ ਇਹ 8ਵੇਂ ਪਾਤਸ਼ਾਹ ਜੀ ਤੱਕ ਜ਼ਿਕਰ ਕਰਕੇ ਸਮਾਪਤੀ ਕਰ ਦਿਆਂਗਾ, ਕਿਉਂਕਿ ਮੇਰਾ 1 ਮਿੰਟ ਰਹਿੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਸ ਤਰ੍ਹਾਂ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਵਿੱਚ ਅਭੇਦ ਹੋ ਗਏ। ਗੁਰਤਾ ਦੇਤ ਅਰਜਨ ਹੈ ਭਏ। ਗੁਰਤਾ ਗੱਦੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਬਖਸ਼ੀ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਨੇ ਜਦੋਂ ਇਹ ਤਖਤ ਬਖਸ਼ਿਆ, ਭੱਟ ਕਹਿੰਦੇ ਨੇ ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕਉ ਦੇ ਆਇਓ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਤਾ ਦੇ ਮਾਲਕ ਬਣੇ। ਜਬ ਅਰਜਨ ਪ੍ਰਭ ਲੋਕ ਸਿਧਾਏ। ਜਦੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਤਤੀ ਤਵੀ ਤੇ ਚੌਂਕੜਾ ਲਾ ਕਰਕੇ ਗਰੀਬ ਨਵਾਜ ਸੱਚਖੰਡ ਜਾ ਬਰਾਜੇ। ਹਰਿ ਗੋਬਿੰਦ ਤਹਿ ਠਾ ਠਹਿਰਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤੇ ਸਥਾਨ ਦੇ ਉੱਤੇ ਅਸਥਿਤ ਕੀਤਾ, ਗੁਰਤਾ ਗੱਦੀ ਬਖਸ਼ਿਸ਼ ਕੀਤੀ। ਹਰਿ ਗੋਬਿੰਦ ਪ੍ਰਭ ਲੋਕ ਸਿਧਾਰੇ। ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਵਾਲੇ ਅਸਥਾਨ ਤੇ ਸੱਚਖੰਡ ਜਾ ਬਰਾਜੇ। ਹਰੀ ਰਾਏ ਤਹਿ ਠਾਂ ਬਿਠਾਰੇ। ਗੁਰੂ ਹਰਿ ਰਾਏ ਸਾਹਿਬ ਜੀ ਨੂੰ ਆਪਣੇ ਥਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਿਠਾਇਆ, ਗੁਰਤਾ ਗੱਦੀ ਬਖਸ਼ਿਸ਼ ਕੀਤੀ। ਹਰੀ ਕ੍ਰਿਸ਼ਨ ਤਿਨ ਕੇ ਸੁਤ ਵਏ। ਤੇ ਤਿਨਾਂ ਦੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਹੋਏ। ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇੱਕ ਇੱਕ ਪੰਕਤੀ ਦੁਆਰਾ ਵੱਡਿਆਂ ਸਤਿਗੁਰਾਂ ਜੀ ਦਾ ਜ਼ਿਕਰ ਕੀਤਾ ਹੈ। ਹੁਣ ਗੁਰਦੇਵ ਆਪਣੇ ਪਿਤਾ ਸਤਿਗੁਰੂ ਸਤਿਕਾਰਯੋਗ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜ਼ਿਕਰ ਕਰਨਗੇ। ਉਹ ਜਿਵੇਂ ਅੱਗੇ ਦਾਸ ਨੂੰ ਸਮਾਂ ਪ੍ਰਾਪਤ ਹੋਇਆ, ਉਹਨਾਂ ਕੁ ਪੰਕਤੀਆਂ ਦੀ ਕਥਾ ਆਪ ਜੀ ਨੂੰ ਸਰਵਣ ਕਰਵਾਵਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਬੇਨਤੀ ਇਹ ਹੈ
ਕਿ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਜਿੱਥੇ ਆਪ ਜੀ ਸੰਪੂਰਨਤਾ ਦਿਵਸ ਮਨਾ ਰਹੇ ਹੋ, ਸਤਿਗੁਰੂ ਦੀ ਬਾਣੀ ਦਾ ਬੋਧ ਜ਼ਰੂਰ ਪ੍ਰਾਪਤ ਕਰੋ। ਅੱਜ ਤੁਹਾਡੇ ਕੋਲ ਸਹੂਲਤਾਂ ਵੀ ਇੱਥੇ ਹਨ, ਉਹ ਗੁਰਮੁਖ ਇੱਥੇ ਹਨ ਜਿਨ੍ਹਾਂ ਨੇ ਸੁੱਧ ਸੰਥਿਆ ਕੀਤੀ ਹੈ, ਬਾਣੀ ਪੜ੍ਹੀ ਹੈ। ਇੱਥੇ ਐਸੇ ਗੁਰਮੁਖ ਨੇ ਜਿਨ੍ਹਾਂ ਨੇ ਜਨਮ ਲੈ ਕਰਕੇ ਇੱਥੇ ਭਾਈ ਸੁਖਰਾਜ ਸਿੰਘ ਜੀ, ਭਾਈ ਬਲਦੀਪ ਸਿੰਘ ਜੀ ਵਰਗੇ ਗੁਰਮੁਖ, ਉਹਨਾਂ ਨੇ ਜਥੇ ਸੰਗਤ ਵਿੱਚ ਰਹਿ ਕਰਕੇ ਵਿਦਿਆ ਪੜ੍ਹੀ ਹੈ। ਅੱਜ ਇੱਥੇ ਇੰਗਲੈਂਡ ਦੇ ਗੁਰਦੁਆਰੇ ਸਾਹਿਬਾਂ ਵਿਖੇ ਉਹ ਗੁਰਬਾਣੀ ਦੀ ਸੰਥਿਆ ਕਰਵਾ ਰਹੇ ਹੈ। ਇਹ ਤਾਂ ਤੁਹਾਡੇ ਤੇ ਹੈ ਕਿ ਆਪਣਾ ਸਮਾਂ ਬਣਾ ਕਰਕੇ ਜ਼ਰੂਰ ਗੁਰਬਾਣੀ ਦਾ ਬੋਧ ਜਿਹੜਾ ਹੈ ਉਹ ਪ੍ਰਾਪਤ ਕਰੋ। ਸੱਚੇ ਪਾਤਸ਼ਾਹ ਜੀ ਬਾਣੀ ਪਵਿੱਤਰ ਸੁੱਧਤਾ ਦੇ ਸਹਿਤ ਪੜ੍ਹਨ ਦਾ ਜਿਹੜਾ ਹੈ ਉਹ ਯਤਨ ਕਰੋ। ਗੁਰਬਾਣੀ ਦੇ ਦਰਪਣ ਦੇ ਵਿੱਚ ਦੀ ਆਪ ਨੂੰ ਸ਼੍ਰੀ ਦਸਮ ਦੀ ਬਾਣੀ ਦਾ ਜਦੋਂ ਦਰਸ਼ਨ ਹੋਵੇਗਾ ਤੇ ਉਸ ਦੀ ਰਵਾਨਗੀ ਵੇਖ ਕਰਕੇ, ਆਪ ਉਸ ਦੇ ਉਪਦੇਸ਼ ਨੂੰ ਵੇਖ ਕਰਕੇ ਆਸ਼ਾਸ਼ ਕਰ ਉੱਠੋਗੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕਿਹਾ, ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਯੁੱਧ ਕਹਿ ਚਾਏ। ਧਰਮ ਯੁੱਧ ਵਾਸਤੇ ਸਤਿਗੁਰੂ ਨੇ ਬਾਣੀ ਦੀ ਰਚਨਾ ਕੀਤੀ ਹੈ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।